ਹਿਮਾਯੂ 1530 ਵਿੱਚ ਬਾਬਰ ਦੀ ਮੌਤ ਹੋ ਜਾਣ ਕਰਕੇ ਉਸਦਾ ਪੁੱਤਰ ਹਿਮਾਯੂ ਮੁਗਲ ਬਾਦਸ਼ਾਹ ਬਣਿਆ। ਅਤੇ ਪਹਿਲਾਂ ਜੋ ਉਹਦਾ ਸਮਾਂ ਰਿਹਾ ਉਹ 1530 ਤੋਂ ਲੈ ਕੇ 1540 ਤੱਕ ਰਿਹਾ। 1540 ਈਸਵੀ ਵਿੱਚ ਸ਼ੇਰ ਸ਼ਾਹ ਸੂਰੀ ਨੇ ਉਸ ਨੂੰ ਹਰਾ ਕੇ ਭਾਰਤ ਵਿੱਚੋਂ ਕੱਢ ਦਿੱਤਾ। ਉਹ ਅਫਗਾਨਿਸਤਾਨ ਵਾਲੇ ਪਾਸੇ ਚਲਾ ਗਿਆ ਸੀ। ਪਰੰਤੂ 1555 ਈਸਵੀ ਵਿੱਚ ਉਸਨੇ ਫਿਰ ਸ਼ੇਰ ਸ਼ਾਹ ਸੂਰੀ ਦੇ ਉੱਤਰਾਧਿਕਾਰੀ ਸਿਕੰਦਰ ਸੂਰੀ ਨੂੰ ਹਰਾ ਕੇ ਦੁਬਾਰਾ ਦਿੱਲੀ 'ਤੇ ਅਧਿਕਾਰ ਕਰ ਲਿਆ। 1556 ਈਸਵੀ ਵਿੱਚ ਉਸ ਦੀ ਮੌਤ ਹੋ ਗਈ। ਅਤੇ ਕੀ ਹੋਇਆ ਸੀਗਾ ਕਿ 1530 ਤੋਂ ਲੈ ਕੇ 1540 ਤੱਕ ਇਸ ਨੇ ਰਾਜ ਕੀਤਾ ਸੀ, ਪਰ ਇਸ ਦੀ ਜੋ ਜ਼ਿੰਦਗੀ ਸੀ ਉਹ ਮੁਸੀਬਤਾਂ ਭਰੀ ਰਹੀ, ਕਿਉਂਕਿ ਇਸ ਦਾ ਜੋ ਸਮਕਾਲੀ ਸੀ ਅਫਗਾਨ ਸ਼ੇਰ ਸ਼ਾਹ ਸੂਰੀ ਸੀ, ਉਸਨੇ ਇਸ ਦੇ ਨੱਕ ਵਿੱਚ ਦਮ ਕਰਕੇ ਰੱਖਿਆ। ਤਾਂ ਦੋ ਲੜਾਈਆਂ ਹੋਈਆਂ ਸੀਗੀਆਂ, ਚੌਸਾ ਅਤੇ ਬਿਲਗਰਾਮ। ਯਾਦ ਕਰਨਾ ਤਾਂ ਯਾਦ ਕਰ ਲਿਓ 24। ਤਾਂ ਚੌਸਾ ਦਾ ਯੁੱਧ ਹੋਇਆ ਸੀ 1539 ਦੇ ਵਿੱਚ, ਅਤੇ ਬਿਲਗਰਾਮ ਦਾ ਹੋਇਆ ਸੀਗਾ, ਬਿਲਗਰਾਮ ਵੀ ਕਹਿੰਦੇ ਨੇ ਉਸਨੂੰ, ਕਨੌਜ ਵੀ ਕਹਿੰਦੇ, ਬਿਲਗਰਾਮ ਜਾਂ ਕਨੌਜ। ਤਾਂ ਪਹਿਲਾ ਹੋਇਆ ਚੌਸਾ 1539 ਦੇ ਵਿੱਚ, ਅਤੇ ਦੂਜਾ ਬਿਲਗਰਾਮ ਕਨੌਜ ਦਾ ਯੁੱਧ ਹੋਇਆ 1540 ਵਿੱਚ। ਇਹਨਾਂ ਦੋਵਾਂ ਯੁੱਧਾਂ ਵਿੱਚ ਸ਼ੇਰ ਸ਼ਾਹ ਸੂਰੀ ਦੀ ਜਿੱਤ ਹੋਈ ਸੀ ਅਤੇ ਹਿਮਾਯੂ ਦੀ ਹਾਰ ਹੋਈ ਸੀ। ਅਤੇ 1540 ਵਿੱਚ ਮਜਬੂਰ ਹੋ ਕੇ ਉਸ ਨੂੰ ਭਾਰਤ ਛੱਡਣਾ ਪਿਆ ਸੀਗਾ। ਪਰੰਤੂ 1555 ਈਸਵੀ ਤੱਕ ਸ਼ੇਰ ਸ਼ਾਹ ਸੂਰੀ ਦੀ ਮੌਤ ਹੋ ਗਈ ਸੀ। ਤਾਂ 1555 ਵਿੱਚ ਮੌਕਾ ਦੇਖਦੇ ਸਾਰ ਹੀ ਸਰਹੰਦ ਦੀ ਲੜਾਈ ਦੇ ਵਿੱਚ ਸਿਕੰਦਰ ਸੂਰੀ ਨੂੰ ਹਰਾਤਾ ਅਤੇ ਦੁਬਾਰਾ ਦਿੱਲੀ 'ਤੇ ਹਿਮਾਯੂ ਨੇ ਅਧਿਕਾਰ ਕਰ ਲਿਆ ਸੀ। ਪਰ ਉਸਦੇ ਮਾੜੇ ਕਰਮ 1556 ਈਸਵੀ ਵਿੱਚ ਦਿੱਲੀ ਵਿੱਚ ਉਸਨੇ ਇੱਕ ਬਹੁਤ ਵੱਡੀ ਲਾਇਬ੍ਰੇਰੀ ਬਣਾਈ ਸੀ, ਕਿਤਾਬਾਂ ਦੀ ਪੁਸਤਕਾਲਿਆ। ਅਤੇ ਜਦੋਂ ਉਹ ਉਸ ਦੀਆਂ ਪੌੜੀਆਂ ਤੋਂ ਉਤਰ ਰਿਹਾ ਸੀ ਤਾਂ ਪੈਰ ਤਿਲਕਣ ਕਰਕੇ ਤਾਂ ਹਿਮਾਯੂ ਦੀ ਮੌਤ ਹੋ ਗਈ ਸੀ। ਤਾਂ 1556 ਵਿੱਚ ਉਸ ਦੀ ਮੌਤ ਹੋ ਗਈ ਸੀ। ਦੋ ਲੜਾਈਆਂ ਮੇਨ ਨੇ, ਚੌਸਾ ਦੀ 1539 ਦੇ ਵਿੱਚ, ਬਿਲਗਰਾਮ ਕਨੌਜ ਦੀ 1540 ਵਿੱਚ। ਦੋਨਾਂ ਵਿੱਚ ਇਸ ਦੀ ਹਾਰ ਹੋਈ ਸੀ ਅਤੇ ਸ਼ੇਰ ਸ਼ਾਹ ਸੂਰੀ ਦੀ ਜਿੱਤ ਹੋਈ ਸੀ। ਅਤੇ ਜਿਹੜੇ ਮੁਗਲ ਹੋਏ ਨੇ ਅਤੇ ਜਿਹੜੀ ਇਹਨਾਂ ਦੀ ਦਫ਼ਤਰੀ ਭਾਸ਼ਾ ਸੀ ਉਹ ਸੀਗੀ ਫਾਰਸੀ। ਇਹ ਯਾਦ ਕਰ ਲਏ। ਇਹ ਪੂਰਾ ਮੁਗਲ ਸਾਮਰਾਜ ਆ, ਇਹਦਾ ਨਕਸ਼ਾ ਅਸੀਂ ਪੂਰਾ ਡਿਟੇਲ ਦੇ ਵਿੱਚ ਕਰਾਂਗੇ। ਅਕਬਰ, ਹਿਮਾਯੂ ਦੀ ਮੌਤ ਪਿੱਛੋਂ 14 ਫਰਵਰੀ ਹੈ, ਯਾਦ ਰੱਖ ਲਿਓ। ਅਤੇ ਜੋ ਅਕਬਰ ਹੋਇਆ ਇਸ ਨੇ ਬਹੁਤ ਸਾਰੇ ਰਾਜਪੂਤਾਂ ਨਾਲ ਵਿਆਹ ਕਰਾਏ ਸੀ। ਤਾਂ 14 ਫਰਵਰੀ ਨੂੰ ਹੁੰਦਾ ਵੈਲੈਂਟਾਈਨ ਡੇ, ਤਾਂ ਉਸ ਨਾਲ ਜੋੜ ਲਿਓ ਅਕਬਰ ਨੂੰ। ਤਾਂ 14 ਫਰਵਰੀ 1556 ਈਸਵੀ ਨੂੰ ਬੈਰਮ ਖਾਂ ਇਹਨਾਂ ਦਾ ਇੱਕ ਯੋਗ ਸੈਨਾਪਤੀ ਸੀ। ਉਸਨੇ ਬੈਰਮ ਖਾਂ ਨੇ ਅਕਬਰ ਨੂੰ ਕਲਾਨੌਰ, ਜੋ ਕਲਾਨੌਰ ਹੈ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੈ। ਤਾਂ ਆਪਣੇ ਪਿਤਾ ਦੀ ਮੌਤ ਤੋਂ ਬਾਅਦ 14 ਫਰਵਰੀ 1556 ਈਸਵੀ ਨੂੰ ਬੈਰਮ ਖਾਂ ਨੇ ਅਕਬਰ ਨੂੰ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ, ਉਹਨੂੰ ਮੁਗਲ ਰਾਜ ਗੱਦੀ ਉੱਤੇ ਬਿਠਾਇਆ। ਕਿਉਂਕਿ ਉਸ ਸਮੇਂ ਅਕਬਰ ਦੀ ਜੋ ਉਮਰ ਸੀ ਉਹ ਛੋਟੀ ਸੀ। ਜੇ ਚਾਹੁੰਦਾ ਤਾਂ ਬੈਰਮ ਖਾਂ ਆਪਣੇ ਆਪ ਨੂੰ ਸ਼ਾਸਕ ਘੋਸ਼ਿਤ ਕਰ ਦਿੱਤਾ, ਪਰ ਉਸਨੇ ਵਫਾ ਨਿਭਾਈ ਅਤੇ ਉਸਨੇ ਅਕਬਰ ਨੂੰ ਹੀ ਰਾਜਗੱਦੀ 'ਤੇ ਬਿਠਾਇਆ। ਅਕਬਰ ਨੇ ਰਾਜਗੱਦੀ 'ਤੇ ਬੈਠਣ ਪਿੱਛੋਂ ਜਲਦੀ ਹੀ ਦਿੱਲੀ ਅਤੇ ਆਗਰੇ 'ਤੇ ਮੁੜ ਕਬਜ਼ਾ ਕਰਨ ਲਈ ਦਿੱਲੀ ਵੱਲ ਕੂਚ ਕੀਤਾ। 1556 ਈਸਵੀ ਵਿੱਚ ਉਸ ਦਾ ਅਫਗਾਨਿਸਤਾਨ ਦੇ ਸੈਨਾਪਤੀ ਹੇਮੂ ਨਾਲ, ਦੇਖੋ ਪਹਿਲਾਂ ਇਹਦੇ ਦਾਦੇ ਦਾ ਹੋਇਆ ਸੀਗਾ, ਦਾਦੇ ਦਾ ਕਿੱਥੇ ਹੋਇਆ ਸੀ, ਪਾਣੀਪਤ ਦੀ ਫਸਟ ਬੈਟਲ ਹੋਈ ਸੀ। ਅਫਗਾਨ ਸੀਗੇ ਲੋਧੀ ਵੰਸ਼ ਨਾਲ, ਇਬਰਾਹਿਮ ਲੋਧੀ ਨਾਲ, ਉਸ ਨੂੰ ਹਰਾਇਆ ਸੀ ਜੇ ਜਿੱਤਿਆ ਸੀ ਦਾਦਾ ਇਸਦਾ ਬਾਬਰ। ਅਤੇ 1556 ਵਿੱਚ ਫਿਰ ਅਫਗਾਨਿਸਤਾਨ ਦੇ ਸੈਨਾਪਤੀ ਹੇਮੂ ਨਾਲ ਪਾਣੀਪਤ ਦੇ ਮੈਦਾਨ ਵਿੱਚ ਟਾਕਰਾ ਹੋਇਆ। ਅਕਬਰ ਇਸ ਲੜਾਈ ਵਿੱਚ ਜਿੱਤ ਗਿਆ ਅਤੇ ਹੇਮੂ ਦੀ ਮੌਤ ਹੋ ਗਈ। ਜੋ ਅਫਗਾਨਿਸਤਾਨ ਸੈਨਾਪਤੀ ਹੇਮੂ ਸੀ ਉਸ ਦੀ ਮੌਤ ਹੋ ਗਈ। ਤਾਂ ਦੂਜੀ ਲੜਾਈ ਹੋਈ ਸੀ ਇੱਕ ਮੇਨ, ਜਿਹੜੀ ਪੇਪਰਾਂ ਵਿੱਚ ਬਹੁਤ ਵਾਰੀ ਆਉਂਦੀ ਆ। ਤਾਂ 1556 ਵਿੱਚ ਸੈਕਿੰਡ ਬੈਟਲ ਆਫ ਪਾਣੀਪਤ ਬਿਟਵੀਨ ਜਿਹਦੇ ਵਿਚਕਾਰ ਅਕਬਰ ਅਤੇ ਅਫਗਾਨਿਸਤਾਨ ਦੇ ਸੈਨਾਪਤੀ ਹੇਮੂ ਦੇ ਵਿਚਕਾਰ। ਠੀਕ ਹੈ ਜੀ। ਪਰ ਅਕਬਰ ਦੀ ਉਮਰ ਤਾਂ ਛੋਟੀ ਸੀ, ਪਰ ਜੋ ਇਸ ਨੂੰ ਲੀਡ ਕਰ ਰਿਹਾ ਸੀਗਾ ਉਹ ਸੀਗਾ ਬੈਰਮ ਖਾਂ। ਤਾਂ ਦੂਜੀ ਲੜਾਈ ਹੋਈ ਸੀ 1576 ਵਿੱਚ ਮੇਨ ਹਲਦੀ ਘਾਟੀ ਦਾ ਯੁੱਧ। ਇਹ ਹੋਇਆ ਸੀਗਾ ਮਹਾਰਾਣਾ ਪ੍ਰਤਾਪ ਅਤੇ ਅਕਬਰ ਦੇ ਵਿਚਕਾਰ,
ਜਿਹਦੇ ਵਿੱਚ ਮਹਾਰਾਣਾ ਪ੍ਰਤਾਪ ਦੀ ਹਾਰ ਹੋਈ ਸੀ। ਹਲਦੀ ਘਾਟੀ ਦਾ ਯੁੱਧ, ਮਹਾਰਾਣਾ ਪ੍ਰਤਾਪ। 1560 ਵਿੱਚ ਅਕਬਰ ਨੇ ਬੈਰਮ ਖਾਂ ਦੀ ਨਵਾਬਸ਼ਾਹੀ ਖਤਮ ਕਰ ਦਿੱਤੀ ਅਤੇ ਸਰਕਾਰ 'ਤੇ ਕਬਜ਼ਾ ਕਰ ਲਿਆ। ਅਤੇ 1560 ਵਿੱਚ ਜਾ ਕੇ ਅਕਬਰ ਨੇ ਜੋ ਬੈਰਮ ਖਾਂ ਸੈਨਾਪਤੀ ਸੀਗਾ, ਪਹਿਲਾਂ ਸਾਰਾ ਕੁਝ ਉਸ ਦੀ ਮਰਜ਼ੀ ਚੱਲਦੀ ਸੀ, ਉਹ ਸਾਰਾ ਕੁਝ ਖਤਮ ਕਰ ਦਿੱਤਾ ਅਤੇ ਆਪ ਸਾਰੀ ਸਰਕਾਰ 'ਤੇ ਕਬਜ਼ਾ ਕਰ ਲਿਆ। ਅਕਬਰ ਦੀਆਂ ਜਿੱਤਾਂ। ਅਕਬਰ ਨੇ ਆਪਣੇ ਸਾਮਰਾਜ ਦਾ ਵਿਸਤਾਰ ਕਰਨ ਲਈ ਗਵਾਲੀਅਰ, ਜੌਨਪੁਰ, ਅਜਮੇਰ ਅਤੇ ਮਾਲਵਾ 'ਤੇ ਜਿੱਤ ਪ੍ਰਾਪਤ ਕੀਤੀ। ਅਕਬਰ ਰਾਜਪੂਤਾਂ ਨਾਲ ਦੋਸਤਾਨਾ ਸੰਬੰਧ ਕਾਇਮ ਕਰਨਾ ਚਾਹੁੰਦਾ ਸੀ। ਉਸਨੇ ਰਾਜਪੂਤ ਪਰਿਵਾਰਾਂ ਵਿੱਚ ਰਾਜਪੂਤ ਰਾਜਕੁਮਾਰੀਆਂ ਨਾਲ ਆਪਣੇ ਵਿਆਹ ਕਰਵਾਏ। ਇਸ ਤਰ੍ਹਾਂ ਉਸਨੇ ਵਿਆਹਕ ਸੰਧੀਆਂ ਰਾਹੀਂ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ। ਅਕਬਰ ਇੱਕ ਹੁਸ਼ਿਆਰ ਸੀਗਾ। ਉਸਨੇ ਜੋ ਰਾਜਪੂਤ ਸੀ ਉਹਨਾਂ ਨਾਲ ਦੋਸਤੀ ਕਰਨੀ ਚਾਹੀ, ਜੋ ਕਮਜ਼ੋਰ ਸੀ ਉਹਨਾਂ ਨੂੰ ਹਰਾ ਦਿੱਤਾ ਅਤੇ ਕਈਆਂ ਨਾਲ ਉਸਨੇ ਉਹਨਾਂ ਦੇ ਨਾਲ ਵਿਆਹ ਸੰਬੰਧ ਬਣਾ ਲਏ ਤਾਂ ਜੋ ਉਸ ਦੀ ਸਥਿਤੀ ਮਜ਼ਬੂਤ ਹੋ ਸਕੇ। ਉਸਨੇ ਆਪਣੇ ਸ਼ਾਸਨ ਪ੍ਰਬੰਧ ਵਿੱਚ ਰਾਜਪੂਤਾਂ ਨੂੰ ਉੱਚੇ ਅਹੁਦੇ ਦਿੱਤੇ। ਕੁਝ ਰਾਜਪੂਤ ਉਸਦੇ ਮਹੱਤਵਪੂਰਨ ਅਤੇ ਵਫਾਦਾਰ ਅਫਸਰ ਸਨ, ਜਿਵੇਂ ਕਿ ਰਾਜਾ ਮਾਨ ਸਿੰਘ, ਪਰੰਤੂ ਉਹ ਉਹਨਾਂ ਰਾਜਪੂਤਾਂ ਦੇ ਵਿਰੁੱਧ ਲੜਿਆ ਵੀ ਸੀ ਜਿਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਸੀ, ਜਿਵੇਂ ਕਿ ਮੇਵਾੜ ਦਾ ਰਾਣਾ ਪ੍ਰਤਾਪ ਸਿੰਘ। ਅਤੇ ਕੀ ਹੋਇਆ ਸੀਗਾ, ਜਿਹੜੇ ਕੁਝ ਰਾਜਪੂਤ ਸੀਗੇ ਉਹਨਾਂ ਨੂੰ ਉਸਨੇ ਉੱਚੇ ਅਹੁਦਿਆਂ 'ਤੇ ਰੱਖਿਆ। ਅਕਬਰ ਨੇ ਹੁਸ਼ਿਆਰ ਸੀਗਾ ਤਾਂ ਕਿ ਰਾਜਪੂਤ ਚੁੱਪ ਰਹਿਣ, ਅਤੇ ਜਿਹੜੇ ਰਾਜਪੂਤ ਉਹਦੀ ਅਧੀਨਤਾ ਸਵੀਕਾਰ ਨਹੀਂ ਕਰਦੇ ਸਨ ਉਹ ਉਹਨਾਂ ਵਿਰੁੱਧ ਲੜਦਾ ਵੀ ਸੀ। ਜਿਵੇਂ ਕਿ ਅਸੀਂ ਕੀਤਾ ਸੀ 1576 ਈਸਵੀ ਵਿੱਚ ਲੜਾਈ ਹੋਈ ਸੀ ਹਲਦੀ ਘਾਟੀ ਦੀ ਮਹਾਰਾਣਾ ਪ੍ਰਤਾਪ ਨਾਲ। ਇਹਦੇ ਵਿੱਚ ਮਹਾਰਾਣਾ ਪ੍ਰਤਾਪ ਦੀ ਹਾਰ ਹੋ ਗਈ ਸੀ ਅਤੇ ਜੋ ਮਹਾਰਾਣਾ ਪ੍ਰਤਾਪ ਦਾ ਘੋੜਾ ਸੀ ਉਹਦਾ ਨਾਂ ਸੀ ਚੇਤਕ। ਅਕਬਰ ਸਾਰੇ ਭਾਰਤ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਗੁਜਰਾਤ ਅਤੇ ਬੰਗਾਲ ਨੂੰ ਜਿੱਤ ਲਿਆ। ਉਹਨੇ ਗੁਜਰਾਤ ਨੂੰ ਵੀ ਜਿੱਤ ਲਿਆ ਅਤੇ ਗੁਜਰਾਤ ਦੀ ਜਿੱਤ ਤੋਂ ਬਾਅਦ ਅਕਬਰ ਨੇ ਬੁਲੰਦ ਦਰਵਾਜ਼ਾ ਬਣਾਇਆ ਸੀ। ਕੁਐਸਚਨ ਆ ਜਾਂਦਾ ਕਈ ਵਾਰੀ, ਤਾਂ ਗੁਜਰਾਤ ਦੀ ਜਿੱਤ ਤੋਂ ਬਾਅਦ ਅਕਬਰ ਨੇ ਬੁਲੰਦ ਦਰਵਾਜ਼ਾ ਬਣਾਇਆ ਸੀ। ਜਿਸ ਤਰ੍ਹਾਂ ਅਲਾਉਦੀਨ ਖਿਲਜੀ ਨੂੰ 1299 ਈਸਵੀ ਵਿੱਚ ਗੁਜਰਾਤ ਦੀ ਜਿੱਤ ਤੋਂ ਬਾਅਦ ਮਿਲਿਆ ਸੀਗਾ ਇੱਕ ਹਿੰਦੂ ਨਪੁੰਸਕ ਮਲਿਕ ਕਫੂਰ, ਜਿਸ ਨੇ ਅਲਾਉਦੀਨ ਖਿਲਜੀ ਦੀ ਦੱਖਣੀ ਭਾਰਤ ਜਿੱਤ ਦਾ ਰਾਹ ਸਾਫ਼ ਕੀਤਾ ਸੀ। ਇਸੇ ਤਰ੍ਹਾਂ ਗੁਜਰਾਤ ਦੀ ਜਿੱਤ ਤੋਂ ਬਾਅਦ ਅਕਬਰ ਨੇ ਬੁਲੰਦ ਦਰਵਾਜ਼ਾ ਬਣਵਾਇਆ ਸੀ ਅਤੇ ਉਸਨੇ ਗੁਜਰਾਤ ਅਤੇ ਬੰਗਾਲ ਨੂੰ ਜਿੱਤ ਲਿਆ। 1595 ਵਿੱਚ ਉਸਨੇ ਕਸ਼ਮੀਰ, ਸਿੰਧ, ਉੜੀਸਾ, ਮੱਧ ਭਾਰਤ ਦੇ ਜ਼ਿਆਦਾ ਹਿੱਸੇ ਅਤੇ ਕੰਧਾਰ 'ਤੇ ਵੀ ਜਿੱਤ ਪ੍ਰਾਪਤ ਕਰ ਲਈ ਸੀ। ਕੰਧਾਰ ਤੱਕ ਇਸ ਦਾ ਰਾਜ ਹੋ ਗਿਆ ਸੀ। ਉਸਨੇ ਉੱਤਰ ਪੱਛਮ ਵਿੱਚ ਕਸ਼ਮੀਰ, ਸਿੰਧ, ਕਾਬੁਲ ਅਤੇ ਕੰਧਾਰ ਨੂੰ ਵੀ ਆਪਣੇ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ। ਮੁਗਲਾਂ ਨੇ ਬਰਾਰ, ਖਾਨਦੇਸ਼ ਅਤੇ ਅਹਿਮਦਨਗਰ ਰਾਜ ਦੇ ਹਿੱਸਿਆਂ ਉੱਤੇ ਸਮੁੱਚੇ ਰੂਪ ਵਿੱਚ ਅਧਿਕਾਰ ਕਰ ਲਿਆ। ਇਹ ਦੱਖਣੀ ਭਾਰਤ ਦੇ ਸੀ ਬਰਾਰ, ਖਾਨਦੇਸ਼, ਅਹਿਮਦਨਗਰ। ਅਕਬਰ ਭਾਰਤ ਦੇ ਵੱਡੇ ਹਿੱਸੇ ਦਾ ਬਾਦਸ਼ਾਹ ਬਣ ਗਿਆ ਸੀ। ਅਤੇ ਜੇਕਰ ਅਸੀਂ ਆਹ ਕੀਤਾ ਜਿਹੜਾ ਸਾਰਾ ਕੁਛ ਦੇਖੋ, ਅਹਿਮਦਨਗਰ ਆ ਰਿਹਾ, ਅਹਿਮਦਨਗਰ, ਬੀਜਾਪੁਰ ਕਰਨਾਟਕਾ, ਗੋਲਕੁੰਡਾ ਆਂਧਰਾ ਪ੍ਰਦੇਸ਼ ਅਤੇ ਬਰਾਰ ਆਂਧਰਾ ਪ੍ਰਦੇਸ਼ ਤੋਂ ਉੱਪਰ ਵਾਲਾ ਪਾਸਾ, ਇਹਨਾਂ ਸਾਰੇ ਖੇਤਰਾਂ 'ਤੇ ਅਕਬਰ ਨੇ ਆਪਣਾ ਅਧਿਕਾਰ ਕਰ ਲਿਆ ਸੀ। ਇਹਨਾਂ ਨੂੰ ਪੂਰੀ ਵਿਸਤਾਰਪੂਰਵਕ ਅਸੀਂ ਕਰਾਂਗੇ ਇੱਕ ਵੱਖਰੀ ਵੀਡੀਓ ਦੇ ਰਾਹੀਂ। ਤਾਂ ਇਹ ਅਕਬਰ ਦੇ 9 ਰਤਨ ਹੋਏ ਨੇ। ਤਾਂ ਯਾਦ ਕਰਨ ਦਾ ਤਰੀਕਾ ਕੀ ਹੈਗਾ, ਬੈਟ MMH, ਬੈਟ ਅਤੇ ਹੋਰ ਜੋ ਸੌਖਾ ਕਰਨਾ ਗਾ ਤਾਂ ਬੈਟ ਕਿਹਦੇ ਕੋਲ ਸੀਗਾ, ਮਹਿੰਦਰ ਧੋਨੀ ਕੋਲ, ਤਾਂ MMH ਥੋੜ੍ਹਾ ਯਾਦ ਕਰਨ ਵਾਸਤੇ MMH ਕਰ ਲਿਓ। ਬੈਟ ਦੇਖੋ, ਬੈਟ ਤੋਂ ਪਹਿਲੀ ਬੈਟ ਤੋਂ B ਤੋਂ ਬਣ ਗਿਆ ਬੀਰਬਲ, A ਤੋਂ ਬਣ ਗਿਆ ਅਬੁਲ ਫਜ਼ਲ, ਇਸਨੇ ਲਿਖੀ ਸੀ ਆਇਨ ਅਕਬਰੀ, ਅਕਬਰ ਦੀ ਜ਼ਿੰਦਗੀ ਬਾਰੇ ਆਇਨ ਅਕਬਰੀ ਲਿਖੀ ਸੀ ਅਬੁਲ ਫਜ਼ਲ ਨੇ। T 'ਤੇ ਬਣ ਗਿਆ ਤਾਨਸਨ, ਫਿਰ B 'ਤੇ ਬਣ ਗਿਆ ਭਗਵਾਨ ਦਾਸ। ਦੇਖੋ ਬੈਟ ਪਹਿਲਾ ਬੀਰਬਲ, ਅਬੁਲ ਫਜ਼ਲ, ਤਾਨਸਨ, ਫਿਰ ਅਗਲੀ B 'ਤੇ ਭਗਵਾਨ ਦਾਸ, ਅਬਦੁਲ ਰਹੀਮ ਖਾਨਾ, ਜਿਸ ਨੇ ਜੋ ਬਾਬਰ ਦੀ ਆਤਮ ਕਥਾ ਸੀਗੀ ਬਾਬਰਨਾਮਾ, ਉਸਨੂੰ ਇਸਨੇ ਫਾਰਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀਗਾ ਅਬਦੁਲ ਰਹੀਮ ਖਾਨਾ ਨੇ। ਫਿਰ T 'ਤੇ ਬਣ ਗਿਆ ਟੋਡਰਮੱਲ, ਜੋ ਇਸ ਦਾ ਵਿੱਤ ਮੰਤਰੀ ਸੀ ਟੋਡਰਮੱਲ। ਫਿਰ M 'ਤੇ ਬਣ ਗਿਆ ਮੁੱਲਾ ਦੋ ਪਿਆਜ਼ਾ, ਇਹ ਪਿਆਜ਼ ਬਹੁਤ ਜ਼ਿਆਦਾ ਖਾਂਦਾ ਸੀ ਤਾਂ ਕਰਕੇ ਇਸ ਦਾ ਨਾਂ ਮੁੱਲਾ ਦੋ ਪਿਆਜ਼ਾ ਪੈ ਗਿਆ ਸੀ। ਫਿਰ M 'ਤੇ ਮਾਨ ਸਿੰਘ, ਇੱਕ ਰਾਜਪੂਤ ਸੀ।
ਫਿਰ ਐਚ 'ਤੇ ਬਣ ਗਿਆ ਹਕੀਮ ਹੁਕਮ। ਤਾਂ ਦੇਖੋ ਬੀ 'ਤੇ ਬੀਰਬਲ, ਏ 'ਤੇ ਅਸੀਂ ਕੀਤਾ ਸੀਗਾ ਅਬੁਲ ਫਜ਼ਲ ਜਿਸ ਨਾਲ ਲਿਖੀ ਸੀ ਆਇਨੇ ਅਕਬਰੀ। ਬੀ 'ਤੇ ਬੀਰਬਲ, ਏ 'ਤੇ ਅਬੁਲ ਫਜ਼ਲ, ਟੀ 'ਤੇ ਤਾਨਸਨ। ਅਗਲੀ ਬੀ 'ਤੇ ਭਗਵਾਨ ਦਾਸ, ਏ 'ਤੇ ਅਬਦੁਲ ਰਹੀਮ ਖਾਨ ਖਾਨਾ, ਟੀ 'ਤੇ ਟੋਡਰਮੱਲ, ਐਮ 'ਤੇ ਮੁੱਲਾ ਦੋ ਪਿਆਜ਼ਾ, ਐਮ 'ਤੇ ਫਿਰ ਮਾਨ ਸਿੰਘ, ਫਿਰ ਐਚ 'ਤੇ ਹਕੀਮ ਹੁਕਮ। ਇਹ 9 ਰਤਨ ਸੀ ਅਕਬਰ ਦੇ ਦਰਬਾਰ 'ਤੇ। ਅਕਬਰ ਦਾ ਸ਼ਾਸਨ ਪ੍ਰਬੰਧ। ਅਕਬਰ ਮੁਗਲ ਸ਼ਾਸਨ ਪ੍ਰਬੰਧ ਦਾ ਅਸਲ ਨਿਰਮਾਤਾ ਸੀ। ਉਸਨੇ ਸ਼ਾਸਨ ਪ੍ਰਬੰਧ ਵਿੱਚ ਬਹੁਤ ਸਾਰੇ ਸੁਧਾਰ ਕੀਤੇ। ਸੈਂਟਰ ਦੇ ਵਿੱਚ ਕੀ ਸੀ? ਰਾਜਾ ਸਿਵਲ ਅਤੇ ਸੈਨਿਕ ਦੋਨੋਂ ਹੀ। ਰਾਜਾ ਸਿਵਲ ਅਤੇ ਸੈਨਿਕ ਸ਼ਾਸਨ ਪ੍ਰਬੰਧ ਦਾ ਮੁਖੀ ਸੀ। ਉਸ ਦੀ ਸਹਾਇਤਾ ਲਈ ਬਹੁਤ ਸਾਰੇ ਮੰਤਰੀ ਹੁੰਦੇ ਸਨ। ਉਹਨਾਂ ਵਿੱਚੋਂ ਪ੍ਰਮੁੱਖ ਮੰਤਰੀ ਵਕੀਲ। ਤਾਂ ਅਕਬਰ ਦਾ ਵਕੀਲ ਕੌਣ ਸੀਗਾ? ਤਾਂ ਇਹ ਸੀਗਾ ਬੈਰਮ ਖਾਂ। ਫਿਰ ਦੀਵਾਨੇ ਆਲਾ, ਮੀਰ ਬਖਸ਼ੀ, ਸਦਰੇ ਸਦੂਰ, ਫੌਜਦਾਰ, ਕੋਤਵਾਲ। ਵਕੀਲ, ਦੀਵਾਨੇ ਆਲਾ, ਮੀਰ ਬਖਸ਼ੀ, ਸਦਰੇ ਸਦੂਰ, ਫੌਜਦਾਰ, ਕੋਤਵਾਲ। ਫਿਰ ਜਿਹੜਾ ਪ੍ਰਾਂਤਾਂ ਵਿੱਚ ਵੰਡਿਆ ਸੀ, ਅਕਬਰ ਬਾਦਸ਼ਾਹ ਨੇ ਪ੍ਰਸ਼ਾਸਨ ਨੂੰ ਠੀਕ ਤਰ੍ਹਾਂ ਚਲਾਉਣ ਲਈ ਮੁਗਲ ਸਾਮਰਾਜ ਨੂੰ 15 ਪ੍ਰਾਂਤਾਂ ਜਾਂ ਸੂਬਿਆਂ ਵਿੱਚ ਵੰਡਿਆ ਸੀ। ਕਿੰਨਿਆਂ 'ਚ? 15 'ਚ। 15 ਪ੍ਰਾਂਤਾਂ 'ਚ ਵੰਡਿਆ ਸੀਗਾ। ਤਾਂ ਜਿਵੇਂ ਸੈਂਟਰ ਦਾ ਮੁਖੀ ਸੀਗਾ ਰਾਜਾ, ਤਾਂ ਪ੍ਰਾਂਤ ਦਾ ਮੁਖੀ ਸੀ ਸੂਬੇਦਾਰ। ਸੂਬੇਦਾਰ ਪ੍ਰਾਂਤ ਦਾ ਮੁਖੀ ਹੁੰਦਾ ਸੀਗਾ। ਉਸ ਦਾ ਕੰਮ ਆਪਣੇ ਪ੍ਰਾਂਤ ਵਿੱਚ ਸ਼ਾਂਤੀ ਸਥਾਪਿਤ ਕਰਨਾ ਅਤੇ ਕਾਨੂੰਨੀ ਵਿਵਸਥਾ ਬਣਾਈ ਰੱਖਣਾ ਸੀ। ਜਿਵੇਂ ਰਾਜਾ ਸੈਂਟਰ ਦਾ ਸੀ ਤਾਂ ਪ੍ਰਾਂਤ ਦਾ ਸੀ ਸੂਬੇਦਾਰ। ਫਿਰ ਦੀਵਾਨ। ਦੀਵਾਨ ਕੌਣ ਸੀਗਾ? ਉਹ ਪ੍ਰਾਂਤ ਦੇ ਵਿੱਤ ਵਿਭਾਗ ਦਾ ਮੁਖੀ ਹੁੰਦਾ ਸੀ। ਜਿਵੇਂ ਉੱਪਰ ਦੀਵਾਨੇ ਆਲਾ ਸੀਗਾ, ਦੀਵਾਨੇ ਆਲਾ, ਤਾਂ ਪ੍ਰਾਂਤ ਵਿੱਚ ਕੌਣ ਸੀਗਾ? ਦੀਵਾਨ। ਉਹ ਪ੍ਰਾਂਤ ਦੇ ਵਿੱਤ ਵਿਭਾਗ ਦਾ ਮੁਖੀ ਹੁੰਦਾ ਸੀ। ਉਹ ਪ੍ਰਾਂਤ ਦੀ ਆਮਦਨ ਅਤੇ ਵਿੱਤ ਦਾ ਹਿਸਾਬ ਕਿਤਾਬ ਰੱਖਦਾ ਸੀ। ਦੇਖੋ ਸੈਂਟਰ ਦੇ ਵਿੱਚ ਰਾਜਾ ਮੁਖੀ ਸੀ, ਪ੍ਰਾਂਤ ਦੇ ਵਿੱਚ ਸੂਬੇਦਾਰ। ਠੀਕ ਹੈ ਜੀ। ਫਿਰ ਸੈਂਟਰ ਦੇ ਵਿੱਚ ਜੋ ਵਿੱਤ ਦਾ ਮੁਖੀ ਸੀਗਾ ਦੀਵਾਨੇ ਆਲਾ ਸੀ, ਉਹ ਪੂਰੇ ਸੈਂਟਰ ਦਾ, ਪੂਰੇ ਰਾਜਾਂ ਦਾ ਹਿਸਾਬ ਕਿਤਾਬ ਲੈਂਦਾ ਸੀ, ਅਤੇ ਇਕੱਲੇ ਪ੍ਰਾਂਤ ਦਾ ਸੀਗਾ ਦੀਵਾਨ। ਫਿਰ ਬਖਸ਼ੀ, ਉਹ ਪ੍ਰਾਂਤ ਦੇ ਸੈਨਿਕ ਪ੍ਰਬੰਧ ਦੀ ਦੇਖਭਾਲ ਕਰਦਾ ਸੀ। ਉਹ ਘੋੜਿਆਂ ਨੂੰ ਦਾਗਣ ਦਾ ਪ੍ਰਬੰਧ ਵੀ ਕਰਦਾ ਸੀ। ਪ੍ਰਾਂਤ ਦੇ ਵਿੱਚ ਬਖਸ਼ੀ ਸੀ, ਉਹ ਸੈਨਿਕ ਪ੍ਰਬੰਧ ਕਰਦਾ ਸੀ ਪ੍ਰਾਂਤ ਦਾ। ਅਤੇ ਸੈਂਟਰ ਦੇ ਵਿੱਚ ਕੌਣ ਸੀਗਾ? ਮੀਰ ਬਖਸ਼ੀ। ਮੀਰ ਬਖਸ਼ੀ ਪੂਰੇ ਸੈਂਟਰ ਦਾ, ਬਖਸ਼ੀ ਪ੍ਰਾਂਤ ਦਾ।